गुर सेवा ते सुख ऊपजै फिर दुख न लगे आए। जमन मरना मिट गया अकाले का किछ न बसाए। जिन सेव्या तिन पाया मान नानक गाविए गुणी निधान। ਹੁਣ ਸੰਸਾਰ 'ਚ ਇੱਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਸੇਵਾ ਤੇ ਸਿਮਰਨ ਕੀ ਹੈ। ਸਿਮਰਨ ਸਿੱਖੀ ਰੂਪੀ ਦੇ ਇਹ ਦੋ ਮਜ਼ਬੂਤ ਪਿੱਲਰ ਨੇ, ਥੰਮ ਨੇ, ਜਿਨ੍ਹਾਂ ਤੇ ਇਹ ਸਿੱਖੀ ਮਹਿਲ ਟਿਕਿਆ ਹੋਇਆ ਹੈ। ਹੁਣ ਸਵਾਲ ਤੇ ਖੜਾ ਹੁੰਦਾ ਹੈ ਨਾ ਕਿ ਸਿਮਰਨ ਹੈ ਕੀ। ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਕਹਿੰਦੇ ਮਾਂ ਦੇ ਗਰਭ ਵਿੱਚ ਜਦੋਂ ਬੱਚਾ ਟਿਕਦਾ ਹੈ ਨਾ, ਉਸ ਵੇਲੇ ਪਰਮਾਤਮਾ ਦੀ ਸਿਮਰਨ ਨਾਲ ਮਾਂ ਦੇ ਗਰਭ ਵਿੱਚ ਹੁੰਦਾ ਹੈ। 9 ਮਹੀਨੇ ਤੱਕ ਉਹ ਮਾਲਕ ਵਾਹਿਗੁਰੂ ਦੀ ਸਿਮਰਨ ਨਾਲ ਖੇਡ ਰਿਹਾ ਹੁੰਦਾ ਹੈ। ਇਹ ਵੀ ਇੱਕ ਹੈ ਜੋ ਤੋਂ ਪ੍ਰੇਮ ਖੇਡਣ ਕਾ ਚਾਓ। ਕਹਿੰਦੇ ਜਿਹੜੀ ਖੇਡ ਹੈ ਨਾ, ਇਹ ਪਰਮਾਤਮਾ ਨਾਲ ਇਹ ਵੀ ਪ੍ਰੇਮ ਪੈਦਾ ਕਰਦੀ ਹੈ। ਕਹਿੰਦੇ ਮਾਂ ਦੇ ਗਰਭ ਵਿੱਚ ਬੱਚਾ 9 ਮਹੀਨੇ ਮਾਲਕ ਵਾਹਿਗੁਰੂ ਦੇ ਸਿਮਰਨ ਨਾਲ ਜੁੜਿਆ ਹੁੰਦਾ ਹੈ। ਜਦੋਂ ਉਹਦਾ ਜਨਮ ਹੁੰਦਾ ਹੈ ਨਾ, ਤੇ ਉਹ ਸਿਮਰਨ ਮਾਲਕ ਵਾਹਿਗੁਰੂ ਦੇ ਉਹ ਤੋਂ ਖੋਹ ਲੈਂਦੇ ਨੇ। ਤਾਂ ਹੀ ਤੇ ਭੁੱਬਾ ਮਾਰ ਕਰ ਰੋ ਕਰ ਉਹ ਨਿਕਲਦਾ ਹੈ, ਆਪਣਾ ਜਨਮ ਉਹਦਾ ਹੁੰਦਾ ਹੈ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੱਸਦੇ ਹੋਏ ਆਏ ਸਨ, ਕਿਉਂਕਿ ਉਹਨਾਂ ਤੋਂ ਨਾਮ ਰਤਨ ਸਿਮਰਨ ਅਨਮੋਲਕ ਰਤਨ ਖੋਇਆ ਨਹੀਂ ਗਿਆ ਸੀ, ਕਿਉਂਕਿ ਪਰਮਾਤਮਾ ਆਪ ਇਸ ਸੰਸਾਰ 'ਚ ਪ੍ਰਗਟ ਹੋਏ ਸਨ। ਸਿਮਰਨ ਹੁਣ ਸਵਾਲ ਖੜਾ ਹੋ ਗਿਆ ਕਿ ਸਿਮਰਨ ਹੈ ਕੀ। ਪਰਮਾਤਮਾ ਨੇ ਮਾਂ ਦੇ ਗਰਭ ਵਿੱਚ 9 ਮਹੀਨੇ ਆਪ ਆਪਣੀ ਸਿਮਰਨ ਦੇ ਕੇ ਤੁਹਾਨੂੰ ਰੱਖਿਆ ਦਿੱਤੀ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਕਹਿੰਦੇ ਮਾਂ ਦੇ ਗਰਭ ਵਿੱਚ ਸਿਮਰਨ ਦੇ ਕੇ ਸਤਿਗੁਰੂ ਜੀ ਆਪ ਸਾਡੀ ਰੱਖਿਆ ਕਰ ਰਿਹਾ ਸੀ। ਪਰ ਜਦੋਂ ਸਾਡਾ ਜਨਮ ਹੁੰਦਾ ਹੈ, ਉਹ ਸਿਮਰਨ ਸਾਡੇ ਤੋਂ ਖੋਹ ਲਿੱਤੀ ਜਾਂਦੀ ਹੈ, ਕਿਉਂਕਿ ਸੰਸਾਰ ਦੇ ਜੀਵਨ ਦਾ ਰੂਲ ਹੈ, ਨਿਯਮ ਹੈ। ਸਾਹਿਬ ਕਹਿੰਦੇ ਇਸ ਸੰਸਾਰ 'ਚ ਤੈਨੂੰ ਜਨਮ ਦਿੱਤਾ ਹੈ, ਹੁਣ ਇਹ ਵੇਖਣਾ ਹੈ ਕਿ ਤੂੰ ਕਿਤੇ ਇਸ ਸੰਸਾਰ ਵਿੱਚ ਆਖਰ ਪਰਮਾਤਮਾ ਨੂੰ ਭੁੱਲ ਤੇ ਨਹੀਂ ਜਾਉਂਦਾ। ਯਤਨ ਕਰਨਾ ਸਾਧ ਸੰਗਤ ਜੀ। ਸਿਮਰਨ ਨਾਲ ਜੁੜੀਏ ਕਿਉਂ? ਸਿਮਰਨ ਹੈ ਕੀ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ? ਹਾਂਜੀ, ਸਿਮਰਨ ਕਰਨਾ ਬਹੁਤ ਜ਼ਰੂਰੀ ਹੈ। ਸਿਮਰਨ ਇੱਕ ਪਰਮਾਤਮਾ ਦਾ ਰਸਤਾ ਹੈ। ਸਿਮਰਨ ਨਾਲ ਸਾਡੀ ਜਿਹੜੀ ਸੁਰਤ ਹੈ ਨਾ, ਕਿਉਂਕਿ ਇਹ ਭਾਂਡਾ ਹੈ, ਜੋ ਭਾਵੇਂ ਭਾਂਡੇ ਵਿੱਚ ਵਸਤ ਸਾਹਾ ਨਿਕਲੇ ਕਿਆ ਕੋਈ ਕਰੇ ਵਿਚਾਰਾ। ਜੋ ਅਸੀਂ ਆਪਣੇ ਭਾਂਡੇ 'ਚ ਪਾਉਂਦੇ ਆ ਨਾ, ਇਹ ਦਿਮਾਗ 'ਚ ਇਹੋ ਜਿਹਾ ਸਾਡੇ ਮੂੰਹ 'ਚੋਂ ਨਿਕਲਦਾ ਹੈ, ਤੇ ਇਹੋ ਜਿਹਾ ਵਰਤੀਵਨ ਸਾਡੇ ਜੀਵਨ ਵਿੱਚ ਵੀ ਆਉਂਦਾ ਹੈ। ਸੰਸਾਰ 'ਚ ਵੀ ਅਸੀਂ ਇਉਂ ਹੀ ਚੱਲਦੇ ਹਾਂ। ਪਰ ਜਦੋਂ ਸਿਮਰਨ ਨਾਲ ਬੰਦਾ ਜੁੜਿਆ ਹੋਵੇ ਨਾ, ਯਾਦ ਰੱਖਣਾ ਸਿਮਰਨ ਪਰਮਾਤਮਾ ਦੇ ਘਰ ਦਾ ਰਾਸਤਾ ਦਿਖਾਉਂਦਾ ਹੈ। ਸਿਮਰਨ ਸਾਡੇ ਬੋਲੀ ਦੇ ਵਿੱਚ ਬੜਾ ਸੁਧਾਰ ਲੈ ਕੇ ਆਉਂਦਾ ਹੈ। ਸਿਮਰਨ ਸਾਡੇ ਅੰਦਰ ਨਿਮਰਤਾ ਪੈਦਾ ਕਰਦਾ ਹੈ, ਤੇ ਨਿਮਰਤਾ ਵਾਲਿਆਂ ਨੂੰ ਹੀ ਪਰਮਾਤਮਾ ਹਾਸਲ ਹੁੰਦਾ ਹੈ। ਸਿਮਰਨ ਹੈ ਕਿ ਹੁਣ ਸਵਾਲ ਖੜਾ ਹੋ ਗਿਆ। ਸਿਮਰਨ ਕਿਸੇ ਦਾ ਮੁਹਤਾਜ ਨਹੀਂ ਹੈ। ਇਹ ਕੋਈ ਜ਼ਰੂਰੀ ਸ਼ਰਤ ਨਹੀਂ ਕਿ ਸਿਮਰਨ ਤੁਸੀਂ ਗੁਰਦੁਆਰੇ ਵਿੱਚ ਕਰ ਸਕਦੇ ਹੋ, ਜਾਂ ਸਿਮਰਨ ਕਿਸੇ ਘਰ 'ਚ ਆਰਾਮ ਨਾਲ ਸ਼ਾਂਤੀ ਨਾਲ ਬੈਠ ਕੇ ਕਰ ਸਕਦੇ ਹੋ। ਨਹੀਂ, ਪਰਮਾਤਮਾ ਕਹਿੰਦੇ ਨੇ ਕਿ ਐ ਗੁਰੂ ਕੇ ਸਿਖਾ, ਸਿਮਰਨ ਤੂੰ ਕਿੱਧਰ ਵੀ ਕਰ ਸਕਦਾ ਹੈ। ਹੱਸਦੇ ਬੋਲਦੇ ਵੀ ਸਿਮਰਨ ਕਰ ਸਕਦਾ ਹੈ, ਉੱਠਦੇ ਵੇਲੇ ਬੈਠਦੇ ਵੇਲੇ ਵੀ ਸਿਮਰਨ ਕਰ ਸਕਦਾ ਹੈ, ਗੱਡੀ ਡਰਾਈਵ ਕਰਦੇ ਵਕਤ ਵੀ ਤੂੰ ਸਿਮਰਨ ਕਰ ਸਕਦਾ ਹੈ, ਕੋਈ ਕਿਰਤ ਤੂੰ ਕਰ ਰਿਹਾ ਹੋਵੇ ਤਾਂ ਵੀ ਸਿਮਰਨ ਕਰ ਸਕਦਾ ਹੈ। ਹੁਣ ਸਵਾਲ ਖੜਾ ਹੋ ਗਿਆ ਕਿ ਸਤਿਗੁਰੂ ਜੀ, ਜਿਸ ਵੇਲੇ ਆਪਾਂ ਕਿਰਤ ਕਰਾਂਗੇ ਜਾਂ ਗੱਡੀ ਚਲਾਵਾਂਗੇ, ਉਦੋਂ ਪਰਮਾਤਮਾ ਨਾਲ ਕਿੱਦਾਂ ਜੁੜ ਸਕਦੇ ਹਾਂ? ਤੇ ਸਤਿਗੁਰੂ ਜੀ ਨੇ ਨਾ ਇਹਦਾ ਖੁਲਾਸਾ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਨੂੰ ਬਾਣੀ ਦੇ ਆਧਾਰ ਤੇ ਸਮਝਾ ਦਿੱਤਾ ਕਿ ਇਹ ਗੁਰੂ ਕੇ ਸਿੱਖਾ, ਬਾਬਾ ਨਾਮਦੇਵ ਜੀ ਤੇ ਤ੍ਰਿਲੋਚਨ ਜੀ ਇਹ ਆਪਸ 'ਚ ਮਿੱਤਰ ਹੁੰਦੇ ਸਨ। ਬਾਬਾ ਨਾਮਦੇਵ ਜੀ ਹਮੇਸ਼ਾ ਪਰਮਾਤਮਾ ਦੀ ਬਾਣੀ ਨਾਲ ਜੁੜਦੇ ਸਨ। ਇਹ ਗੱਲਾਂ ਤ੍ਰਿਲੋਚਨ ਰੋਜ਼ ਵੇਖਦਾ ਸੀ, ਤੇ ਅਚਾਨਕ ਬਾਬਾ ਨਾਮਦੇਵ ਜੀ ਨੇ ਕਹਿ ਦਿੱਤਾ, ਤ੍ਰਿਲੋਚਨ ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਪਰਮਾਤਮਾ ਨਾਲ ਜੁੜਨ ਦਾ ਰਸਤਾ ਹੈ, ਸਗੋਂ ਦੁੱਖ ਦੂਰ ਹੋਣਗੇ, ਤੈਨੂੰ ਸੁੱਖਾਂ ਦੇ ਵਿੱਚ ਇਹ ਤੇਰੀ ਜ਼ਿੰਦਗੀ ਸੁੱਖਾਂ 'ਚ ਬਤੀਤ ਹੋਵੇਗੀ। ਤ੍ਰਿਲੋਚਨ ਕਹਿਣ ਲੱਗਿਆ ਕਿ ਬਾਬਾ ਨਾਮਦੇਵ ਜੀ, ਕੀ ਇਹ ਗੱਲ ਸੱਚ ਹੈ ਕਿ ਪਰਮਾਤਮਾ ਨਾਲ ਜੁੜਨ ਨਾਲ ਸਾਡੇ ਘਰਾਂ 'ਚ ਸੁੱਖ ਆਉਣਗੇ, ਚੰਗਾ ਜੀਵਨ ਹੋਵੇਗਾ? ਬਾਬਾ ਨਾਮਦੇਵ ਜੀ ਨੇ ਕਿਹਾ, ਹਾਂਜੀ ਇਹ ਗੱਲ ਸੱਚ ਹੈ, ਪਰ ਕਹਿੰਦੇ ਤੁਸੀਂ ਤੇ ਕਦੇ ਸਿਮਰਨ ਕਰਦੇ ਨਹੀਂ। ਬਾਬਾ ਨਾਮਦੇਵ ਜੀ ਨੇ ਕਿਹਾ, ਨਾ ਤ੍ਰਿਲੋਚਨਾ, ਮੈਂ ਸਿਮਰਨ ਕਰਦਾ ਹਾਂ, ਪਰ ਤੇਰੀ ਦੇਖਣ ਵਾਲੀ ਅੱਖ ਨਹੀਂ ਹੈ। ਕਹਿੰਦੇ ਅਗਲਾ ਜਦੋਂ ਦਿਨ ਹੋਇਆ ਨਾ, ਤੇ ਭਾਈ ਤ੍ਰਿਲੋਚਨ ਜੀ ਕਹਿੰਦੇ ਖਿੜਕੀ ਤੋਂ ਲੁਕ ਕਰ ਵੇਖ ਰਹੇ ਸਨ। ਬਾਬਾ ਨਾਮਦੇਵ ਜੀ ਨਾ ਕੱਪੜੇ ਸਿਲਣ ਦਾ ਕੰਮ ਕਰਦੇ ਸਨ। ਕਹਿੰਦੇ ਕੱਪੜੇ ਸਿਲਦੇ ਨਾ, ਤੇ ਗ੍ਰਾਹਕਾਂ ਨਾਲ ਗੱਲਾਂ ਵੀ ਕਰ ਰਹੇ ਨੇ ਤੇ ਸਿਮਰਨ ਵੀ ਕਰ ਰਹੇ ਨੇ। ਹੁਣ ਬਾਬਾ ਨਾਮਦੇਵ ਜੀ ਜਦੋਂ ਸਿਮਰਨ ਕਰ ਰਹੇ ਸਨ, ਤੇ ਤ੍ਰਿਲੋਚਨ ਅਚਾਨਕ ਪਹੁੰਚਿਆ ਤੇ ਕਿਹਾ, ਬਾਬਾ ਨਾਮਦੇਵ ਜੀ
ਤੁਸੀਂ ਮੈਨੂੰ ਤਾਂ ਕਹਿੰਦੇ ਹੋ ਕਿ ਪਰਮਾਤਮਾ ਨਾਲ ਜੁੜਿਆ ਕਰ, ਸਿਮਰਨ ਕਰਿਆ ਕਰ, ਪਰ ਆਪ ਤੇ ਗ੍ਰਾਹਕਾਂ ਨਾਲ ਗੱਲਾਂ ਕਰ ਰਹੇ ਹੋ। ਆਪ ਕਿਸ ਵੇਲੇ ਸਿਮਰਨ ਕਰਦੇ ਹੋ? ਉਸ ਵੇਲੇ ਦੂਜਾ ਭੇਦ ਬਾਬਾ ਨਾਮਦੇਵ ਜੀ ਨੇ ਖੋਲਿਆ, ਕਿਹਾ ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਛਿਪੋ ਛਾਇਲੇ ਰਾਮ ਨਾ ਲਾਗੋ ਚੀਤ। ਬਾਬਾ ਤਿਲੋਚਨ ਜੀ ਨੇ ਕਿਹਾ ਕਿ ਬਾਬਾ ਨਾਮਦੇਵ ਜੀ ਤੁਸੀਂ ਕਿਸ ਵੇਲੇ ਸਿਮਰਨ ਕਰਦੇ ਹੋ? ਤੁਸੀਂ ਤੇ ਹਰ ਵੇਲੇ ਗ੍ਰਾਹਕਾਂ ਨਾਲ ਗੱਲਾਂ ਕਰ ਰਹੇ ਹੋ, ਮੈਨੂੰ ਕਹਿੰਦੇ ਹੋ ਸਿਮਰਨ ਕਰਿਆ ਕਰੋ। ਉਸ ਵੇਲੇ ਬਾਬਾ ਨਾਮਦੇਵ ਜੀ ਨੇ ਕਿਹਾ ਨਾਮਾ ਕਹੇ ਤਿਲੋਚਨਾ ਮੁਕਤੇ ਰਾਮ ਸਮਾਲ, ਹੱਥ ਪੈਰ ਕਰੇ ਕੰਮ ਸਭ ਚਿੱਤ ਨਿਰੰਜਨ ਨਾਲ। ਕਹਿੰਦੇ ਬੇਸ਼ੱਕ ਮੈਂ ਗ੍ਰਾਹਕਾਂ ਨਾਲ ਗੱਲਾਂ ਕਰ ਰਿਹਾ ਹਾਂ, ਕੱਪੜੇ ਸਿਲਣ ਦਾ ਕੰਮ ਕਰ ਰਿਹਾ ਹਾਂ, ਪਰ ਸਜਣਾ ਮੇਰੀ ਜੋ ਅੰਦਰ ਦੀ ਆਤਮਾ ਹੈ ਉਹ ਪਰਮਾਤਮਾ ਨਾਲ ਲੀਨ ਹੈ, ਉਸ ਮਾਲਕ ਵਾਹਿਗੁਰੂ ਨਾਲ ਜੁੜੀ ਹੋਈ ਹੈ। ਜਦੋਂ ਭਾਈ ਤਰਲੋਚਨ ਜੀ ਨੇ ਇਹ ਗੱਲ ਸੁਣੀ, ਕਹਿੰਦੇ ਸਿਮਰਨ ਕਰਨਾ ਆਰੰਭ ਕਰ ਦਿੱਤਾ। ਹੋ ਸਕਦਾ ਏ ਕਿ ਸਿਮਰਨ ਨਾਲ ਕੁਝ ਪ੍ਰਾਪਤ ਹੋ ਜਾਵੇ। ਕਹਿੰਦੇ ਹਾਲੇ ਸਿਮਰਨ ਕਰਨਾ ਆਰੰਭ ਹੀ ਕੀਤਾ ਏ ਤੇ ਸਿਮਰਨ ਨਾਲ ਜੋ ਪ੍ਰਭਾਵ ਉਹਨਾਂ ਦੇ ਅੰਦਰ ਪੈਦਾ ਹੋਇਆ, ਜੋ ਉਹਨਾਂ ਨੂੰ ਖੁਸ਼ੀਆਂ ਮਿਲਣੀ ਆਰੰਭ ਹੋਈ, ਤੇ ਵਾਕਈ 'ਚ ਭਾਈ ਤਰਲੋਚਨ ਜੀ ਕਹਿਣ ਲੱਗੇ ਇਸ ਸੰਸਾਰ 'ਚ ਪਰਮਾਤਮਾ ਹੈ, ਵਸਦਾ ਹੈ। ਜਿਸ ਵੇਲੇ ਮੈਂ ਸਿਮਰਨ ਨਹੀਂ ਕਰਦਾ ਸੀ ਨਾ, ਆਪ ਆਪਣਾ ਧਿਆਨ ਭਟਕਦਾ ਸੀ, ਮੈਂ ਰੁਲਦਾ ਸੀ ਫਿਰਦਾ ਸੀ, ਕੋਈ ਥਾਂ ਨਹੀਂ ਮਿਲਦੀ ਸੀ, ਪਰ ਜਗ੍ਹਾ ਜਗ੍ਹਾ ਜਾ ਕੇ ਮੈਂ ਆਪਣੇ ਦੁੱਖ ਵੰਡਦਾ ਸੀ। ਪਰ ਜਦੋਂ ਤੋਂ ਮੈਂ ਉਸ ਪਰਮਾਤਮਾ ਦੀ ਸਿਮਰਨ ਕਰਨਾ ਆਰੰਭ ਕੀਤਾ ਹੈ, ਅੱਜ ਇਉਂ ਮਹਿਸੂਸ ਹੁੰਦਾ ਹੈ ਕਿ ਹਰ ਦੁੱਖ ਵਿੱਚੋਂ ਉਹ ਪਰਮਾਤਮਾ ਮੇਰੇ ਅੰਗ ਸੰਗ ਹੈ, ਹਰ ਦੁੱਖ ਵਿੱਚੋਂ ਉਹ ਪਰਮਾਤਮਾ ਮੈਨੂੰ ਕੱਢ ਰਿਹਾ ਹੈ। ਹੁਣ ਸਿੱਖਾਂ ਦੇ ਪ੍ਰਤੀ ਸੇਵਾ ਤੇ ਸਿਮਰਨ ਹੈ। ਹੁਣ ਸੇਵਾ ਦੀ ਗੱਲ ਕਰੀਏ, ਸਿਮਰਨ ਪਰਮਾਤਮਾ ਦਾ ਘਰ ਦਿਖਾ ਦਿੰਦੀ ਹੈ ਤੇ ਸੇਵਾ ਪਰਮਾਤਮਾ ਨੂੰ ਹਾਸਲ ਕਰਵਾ ਦਿੰਦੀ ਹੈ। ਸੇਵਾ ਕਿਹੋ ਜੀ ਹੋਵੇ? ਹੰਕਾਰ ਦੀ ਸੇਵਾ ਹੋਵੇ ਨਾ, ਨਿਮਰਤਾ ਦੀ ਸੇਵਾ ਹੋਵੇ। ਅੱਜ ਵੇਖੋ ਲੋਕ ਲੰਗਰਾਂ 'ਚ ਸੇਵਾ ਕਰਦੇ ਨੇ, ਲੋਕ ਸੰਸਾਰ ਤੌਰ ਤੇ ਦੁਨੀਆ ਵਿੱਚ ਸੇਵਾ ਕਰਦੇ ਨੇ, ਪਰ ਸੇਵਾ ਨਿਮਰਤਾ ਦੀ ਹੋਵੇ, ਹੰਕਾਰ ਦੀ ਨਾ ਹੋਵੇ। ਕਹਿੰਦੇ ਕੁਝ ਲੋਕ ਗੁਰਦੁਆਰੇ ਮੰਦਰ ਮਸਜਿਦ ਵਿੱਚ ਦਾਨ ਕਰਕੇ ਕਹਿੰਦੇ ਨੇ ਮੈਂ ਗੁਰਦੁਆਰੇ ਇੰਨਾ ਕੁਝ ਦੇ ਆਇਆ ਹਾਂ, ਮੈਂ ਗੁਰੂ ਨੂੰ ਇੰਨਾ ਕੁਝ ਦੇ ਆਇਆ ਹਾਂ। ਜਿੱਥੇ ਸਜਣਾ ਤੇਰੀ ਮੈਂ ਆ ਗਈ, ਉੱਥੇ ਤੇਰੀ ਸੇਵਾ ਨੈਫਲ ਹੋ ਗਈ, ਕਿਉਂਕਿ ਜੋ ਮਾਲਕ ਵਾਹਿਗੁਰੂ ਨੇ ਤੈਨੂੰ ਦਿੱਤਾ ਹੈ ਉਹ ਤੇਰੇ ਤੋਂ ਲੈ ਰਹੇ ਨੇ, ਇਹਨੂੰ ਤੂੰ ਨਹੀਂ ਕਹਿ ਸਕਦਾ। ਤੇ ਸਾਡੀ ਕੋਈ ਔਕਾਤ ਨਹੀਂ ਕਿ ਗੁਰਦੁਆਰਾ ਮੰਦਰ ਮਸਜਿਦ 'ਚ ਅਸੀਂ ਦੇ ਸਕੀਏ, ਅਸੀਂ ਦਾਨ ਨਹੀਂ ਕਰ ਸਕਦੇ, ਅਸੀਂ ਕੇਵਲ ਭੇਟਾ ਕਰ ਸਕਦੇ ਹਾਂ। ਹੁਣ ਸੇਵਾ ਕਿਹੋ ਜੀ ਹੋਵੇ? ਮਹਾਰਾਜਾ ਆਲਾ ਸਿੰਘ ਤੇ ਸਹਿਤ ਪਤਨੀ ਫਤਿਹ ਕੌਰ ਕਹਿੰਦੇ ਲੰਗਰ ਹਾਲ ਦੇ ਵਿੱਚ ਸੇਵਾ ਕਰ ਰਹੇ ਸੀ। ਮਹਾਰਾਜਾ ਆਲਾ ਸਿੰਘ ਹੁਣ ਪਿੰਡ ਦਾ ਮਹਾਰਾਜਾ ਹੋਵੇ ਤੇ ਕਹਿੰਦੇ ਉਹਦੇ ਅੰਦਰ ਹੰਕਾਰ ਤੇ ਹੋਣਾ ਚਾਹੀਦਾ ਨਾ, ਪਰ ਨਹੀਂ, ਮਹਾਰਾਜਾ ਆਲਾ ਸਿੰਘ ਦੇ ਅੰਦਰ ਕੋਈ ਹੰਕਾਰ ਨਹੀਂ ਸੀ। ਕਹਿੰਦੇ ਜਦੋਂ ਲੰਗਰ ਦੀ ਸੇਵਾ ਕਰਨ ਗਏ ਨੇ ਨਾ, ਮਹਾਰਾਜਾ ਆਲਾ ਸਿੰਘ ਨੇ ਪ੍ਰਸ਼ਾਦਾ ਲਿੱਤਾ ਤੇ ਸੰਗਤ ਵਿੱਚ ਪ੍ਰਸ਼ਾਦਾ ਵਰਤਾਉਣਾ ਆਰੰਭ ਕਰ ਦਿੱਤਾ। ਤੇ ਮਹਾਰਾਣੀ ਫਤਿਹ ਕੌਰ ਨੇ ਜਦੋਂ ਦਾਲ ਵਰਤਾਈ ਨਾ, ਤੇ ਪੰਗਤ ਵਿੱਚ ਇੱਕ ਸਿੱਖ ਆਕਰ ਬੈਠ ਗਿਆ। ਜਦੋਂ ਸਿੱਖ ਬੈਠਿਆ, ਉਹਨੇ ਇਸ਼ਾਰਾ ਕੀਤਾ ਭੈਣ ਜੀ ਦਾਲ ਥੋੜੀ ਪਾਉਣਾ। ਹੁਣ ਮਹਾਰਾਣੀ ਫਤਿਹ ਕੌਰ ਤੋਂ ਦਾਲ ਥੋੜੀ ਵੱਧ ਪੈ ਗਈ ਸੀ। ਹੁਣ ਉਹ ਸਿੱਖ ਨੇ ਕਿਹਾ ਕਿ ਹੁਣ ਭੈਣ ਜੀ ਮੈਂ ਇਹਦਾ ਕੀ ਕਰਾਂਗਾ, ਭਾਵੇਂ ਕੀ ਹੈ ਝੂਠ ਬਚ ਜਾਵੇਗਾ। ਜਦੋਂ ਇਹ ਗੱਲ ਕਹੀ ਨਾ, ਤੇ ਉਹ ਹੰਕਾਰ 'ਚ ਬੋਲ ਪਈ। ਗੁਰੂ ਨਾਨਕ ਦੇ ਘਰ 'ਚ ਬੈਠੀ ਸੀ, ਪਰ ਉਹਦੇ ਅੰਦਰ ਹੰਕਾਰ ਸੀ। ਕਹਿ ਦਿੱਤਾ ਕੀ ਕਰੇਗਾ, ਮੇਰੇ ਸਰ ਤੇ ਪਾ ਦੇ। ਉਹਨੇ ਵੀ ਕੀ ਕੀਤਾ, ਥਾਲ ਲਿੱਤੀ ਤੇ ਉਹਦੇ ਸਰ ਤੇ ਪਾ ਦਿੱਤੀ। ਜਦੋਂ ਸਿਰ ਤੇ ਦਾਲ ਪਾ ਦਿੱਤੀ, ਦੌੜਦੀ ਹੋਈ ਫਰਿਆਦੀ ਹੋਈ ਪਤੀ ਕੋਲ ਪਹੁੰਚੀ ਹੈ। ਹੁਣ ਜਿਹਦਾ ਪਤੀ ਪਿੰਡ ਦਾ ਰਾਜਾ ਹੋਵੇ, ਮਹਾਰਾਜਾ ਹੋਵੇ, ਤੇ ਉਹਨੇ ਸੋਚਿਆ ਮੇਰਾ ਪਤੀ ਸਜ਼ਾ ਦੇਵੇਗਾ ਇਹਨੂੰ। ਪਰ ਜਦੋਂ ਗੱਲ ਕਹੀ ਨਾ ਕਿ ਵੇਖੋ ਜੀ ਮੇਰਾ ਕੀ ਹਾਲ ਕਰ ਦਿੱਤਾ, ਤੇ ਕਹਿੰਦੇ ਮਹਾਰਾਜਾ ਆਲਾ ਸਿੰਘ ਨਿਮਰਤਾ ਵਾਲਾ ਸੀ, ਦੋਵੇਂ ਹੱਥ ਜੋੜ ਕਰ ਕਹਿਣ ਲੱਗਿਆ ਭਾਗਵਾਨੇ ਹੋਇਆ ਕੀ, ਗੱਲ ਤੇ ਦੱਸ। ਕਹਿੰਦੀ ਬਸ ਇਸ ਸਿੱਖ ਨੇ ਮੈਨੂੰ ਕਿਹਾ ਦਾਲ ਥੋੜੀ ਘੱਟ ਪਾਈ, ਮੈਂ ਵੱਧ ਪਾ ਦਿੱਤੀ, ਮੇਰੇ ਤੋਂ ਵੱਧ ਪੈ ਗਈ। ਭਾਉ ਉਹਨੇ ਪੁੱਛਿਆ ਇਹਦਾ ਹੁਣ ਮੈਂ ਇਹਦਾ ਕੀ ਕਰਾਂਗਾ ਕਿ ਝੂਠ ਬਚ ਜਾਵੇਗਾ। ਤੇ ਮੈਂ ਗੁੱਸੇ 'ਚ ਬੋਲਿਆ ਕੀ ਕਰਨਾ, ਮੇਰੇ ਸਰ ਤੇ ਪਾ ਦੇ। ਉਹਨੇ ਮੇਰੇ ਸਰ ਤੇ ਪਾ ਦਿੱਤੀ, ਤੁਸੀਂ ਇਹਨੂੰ ਸਜ਼ਾ ਦਿਓ। ਕਹਿੰਦੇ ਮਹਾਰਾਜਾ ਆਲਾ ਸਿੰਘ ਮੁਸਕਰਾ ਕਰ ਕਹਿਣ ਲੱਗੇ ਕਿ ਭਾਗਵਾਨੇ ਇਹ ਗੁਰੂ ਨਾਨਕ ਦਾ ਦਰਬਾਰ ਹੈ, ਜਿਹੋ ਜੀ ਭਾਵਨਾ ਲੈ ਕਰ ਤੂੰ ਆਵੇਗੀ ਇਹੋ ਜਿਹਾ ਹੀ ਤੈਨੂੰ ਕੁਝ ਪ੍ਰਾਪਤ ਹੋਣਾ ਹੈ। ਤੇਰੇ ਅੰਦਰ ਸੀ ਹੰਕਾਰ, ਤੈਨੂੰ ਮਿਲਿਆ ਹੰਕਾਰ। ਜੇ ਤੇਰੇ ਅੰਦਰ ਹੁੰਦੀ ਨਿਮਰਤਾ ਤੇ ਤੈਨੂੰ ਨਿਮਰਤਾ ਮਿਲਣੀ ਸੀ। ਸਾਧ ਸੰਗਤ ਜੀ, ਦਾਸ ਦਾ ਕਹਿਣ ਦਾ ਫਰਜ਼ ਸੀ ਕਿ ਸੇਵਾ ਤੇ ਸਿਮਰਨ ਪਰਮਾਤਮਾ ਦੇ ਘਰ ਦਾ ਰਾਸਤਾ ਦਿਖਾਉਂਦੀਆਂ ਨੇ। ਸੇਵਾ ਸਾਡੇ ਅੰਦਰ ਨਿਮਰਤਾ ਦੀ ਹੋਵੇ, ਸੇਵਾ
ਪਰਮਾਤਮਾ ਨਾਲ ਜੋੜਨ ਦੀ ਹੋਵੇ, ਸੇਵਾ ਉਹ ਕਰੋ ਜੋ ਸਾਨੂੰ ਰਾਸਤਾ ਪਰਮਾਤਮਾ ਦੇ ਘਰ ਦਾ ਦਿਖਾਵੇ। ਹੁਣ ਸੇਵਾ ਕਰਨਾ ਕਿਉਂ ਚਾਹੀਦਾ ਹੈ? ਸਵਾਲ ਇਹ ਵੀ ਖੜਾ ਹੋ ਗਿਆ ਨਾ। ਜਦੋਂ ਇਸ ਸੰਸਾਰ 'ਚ ਮਾਲਕ ਵਾਹਿਗੁਰੂ ਜੀ ਨੇ ਸਾਨੂੰ ਜਨਮ ਦਿੱਤਾ ਤੇ ਦਸਵੰਤ ਗੁਰੂ ਨਾਨਕ ਸਾਹਿਬ ਨੇ ਹੱਕ ਨਾਲ ਮੰਗਿਆ ਹੈ ਕਿ ਸਿੱਖਾ ਦਸਵੰਤ ਕੱਢਿਆ ਕਰ। ਪਰ ਯਾਦ ਰੱਖੋ, ਜੇ ਅੱਜ ਅਸੀਂ ਮਾਤਾ ਪਿਤਾ ਦੀ ਕਦਰ ਨਹੀਂ ਕਰਦੇ, ਜੇ ਅਸੀਂ ਗੁਰਦੁਆਰੇ ਮੰਦਰ ਮਸਜਿਦ ਵਿੱਚ ਦਸਵੰਤ ਨਹੀਂ ਕਰਦੇ ਨਾ, ਤੇ ਯਾਦ ਰੱਖਣਾ ਉਹ ਪੈਸਾ ਸਾਡੇ ਕਿਸੇ ਕੰਮ ਦਾ ਨਹੀਂ, ਉਹ ਦਵਾਈਆਂ ਵਿੱਚ ਯੂਜ ਹੋ ਜਾਂਦਾ ਹੈ, ਉਹ ਸਾਡੇ ਬੱਚਿਆਂ 'ਤੇ ਯੂਜ ਹੋ ਜਾਂਦਾ ਹੈ। ਖਿਮਾ ਚਾਹਾਂਗਾ ਕਿਸੇ ਨੂੰ ਹਉਮੈ ਤੇ ਸੱਟ ਨਾ ਵੱਜੇ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਪੀਵੈ ਰਤ ਮਾਨਸਾ ਤਿਨ ਕਿਉਂ ਨਿਰਮਲ ਚੀਤ। ਕਹਿੰਦੇ ਕਿਸੇ ਦੇ ਸੂਟ ਤੇ ਇੱਕ ਬਲੜ ਦਾ ਦਾਗ ਲੱਗ ਜਾਵੇ ਨਾ, ਤੇ ਅਸੀਂ ਕਹਿੰਦੇ ਇਹ ਅਪਵਿੱਤਰ ਚੀਜ਼ ਹੈ, ਇਹਨੂੰ ਉਤਾਰ ਦਿਓ, ਇਹਨੂੰ ਨਹੀਂ ਪਾਉਣੀ। ਪਰ ਜੇ ਕਿਸੇ ਹੱਕ ਖਾ ਰਿਹਾ ਨਾ, ਕੋਈ ਮਜ਼ਦੂਰ ਜੇ ਮਜ਼ਦੂਰੀ ਕਰ ਰਿਹਾ ਹੈ, ਜੇ ਉਹਦੀ ਤਨਖਾਹ 10,000 ਹੈ, ਅਸੀਂ ਉਹਨੂੰ ਦੇ ਰਹੇ ਹਾਂ 7,000, ਕਿਤੇ ਨਾ ਕਿਤੇ ਅਸੀਂ ਉਹਨਾਂ ਦੇ ਬੱਚਿਆਂ ਦਾ ਹੱਕ ਮਾਰ ਰਹੇ ਹਾਂ। ਜੇ ਕਿਸੇ ਦੀ ਤਨਖਾਹ 15,000 ਹੈ, ਅਸੀਂ ਉਹਨੂੰ ਦੇ ਰਹੇ ਹਾਂ 11 ਜਾਂ 10,000, ਕਿਤੇ ਨਾ ਕਿਤੇ ਅਸੀਂ ਉਹਨਾਂ ਦੇ ਬੱਚਿਆਂ ਦਾ ਹੱਕ ਮਾਰ ਰਹੇ ਹਾਂ। ਤੇ ਉਹਨਾਂ ਦਾ ਹੱਕ ਮਾਰ ਕੇ ਅਸੀਂ ਕਿਹਨੂੰ ਖਵਾ ਰਹੇ ਹਾਂ? ਆਪਣੇ ਬੱਚਿਆਂ ਨੂੰ। ਸੋ ਆਪਣੇ ਬੱਚਿਆਂ ਨੂੰ ਖਵਾਉਣ ਤੋਂ ਜਗ੍ਹਾ ਉਹਨਾਂ ਦੇ ਹੱਕ ਨੂੰ ਤੁਸੀਂ ਕਾਇਮ ਰੱਖੋ। ਦੁਆਵਾਂ ਬਹੁਤ ਜ਼ਰੂਰੀਆਂ ਹੁੰਦੀਆਂ ਨੇ। ਮਾਲਕ ਵਾਹਿਗੁਰੂ ਦੇ ਨਾਲ ਜੁੜਨ ਦਾ ਯਤਨ ਕਰੋ। ਜਿੱਥੇ ਲੱਖ ਕਮਾ ਰਹੇ ਹੋ ਉੱਥੇ 10,000 ਹੀ ਤੇ ਕੱਢਣਾ ਹੈ। ਜੇ ਇਹ 10,000 ਵੀ ਤੇਰੀ ਸੇਵਾ 'ਚ ਨਹੀਂ ਨਿਕਲਦੇ ਨਾ, ਤੇ ਇਹ 90,000 ਵੀ ਅਜਾ ਹੀ ਖਰਚ ਹੋ ਜਾਂਦੇ ਨੇ। ਸੋ ਇੰਨਾ ਯਤਨ ਕਰੋ। ਪਰਮਾਤਮਾ ਦੇ ਘਰ ਦਾ ਰਾਸਤਾ, ਜੇ ਪਰਮਾਤਮਾ ਨੂੰ ਲੱਭਣਾ ਹੈ, ਜੇ ਪਰਮਾਤਮਾ ਨੂੰ ਮਿਲਣਾ ਹੈ ਨਾ, ਤੇ ਸੇਵਾ ਤੇ ਸਿਮਰਨ ਦੇ ਵਿੱਚ ਆਪਣੀ ਸਰੀਰ ਦੀ ਸੇਵਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ ਮਾਲਕ ਵਾਹਿਗੁਰੂ ਜੀ ਨੇ ਇਸ ਯੁੱਗ ਵਿੱਚ ਜਪਜੀ ਸਾਹਿਬ ਦੇ ਪਾਠ ਵਿੱਚ ਕਹਿ ਦਿੱਤਾ। ਤੇ ਨਾਲ ਸਤਿਗੁਰੂ ਜੀ ਤੋਂ ਜਿਸ ਵੇਲੇ ਲੋਕ ਫਰਿਆਦ ਲੈ ਕਰ ਗਏ ਨੇ ਨਾ, ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਸਤਿਗੁਰੂ ਜੀ ਤੁਹਾਨੂੰ ਤਰਸ ਨਹੀਂ ਆਉਂਦਾ ਸਾਡੇ ਤੇ? ਇੰਨੇ ਦੁੱਖ ਸਾਡੇ ਤੇ ਵਾਪਰ ਰਹੇ ਨੇ। ਕਿਉਂਕਿ ਹਰ ਆਮ ਤੌਰ ਤੇ ਸਿੱਖ ਚਾਹੁੰਦਾ ਹੈ, ਹਰ ਆਮ ਤੌਰ ਤੇ ਸੰਗਤ ਚਾਹੁੰਦੀ ਹੈ ਕਿ ਸੁੱਖਾਂ ਦੀ ਪੰਡ ਘਰ ਵਿੱਚ ਲੈ ਆਵਾਂ, ਦੁੱਖਾਂ ਦੀ ਪੰਡ ਘਰੋਂ ਬਾਹਰ ਸੁੱਟ ਆਵਾਂ। ਪਰ ਸੁੱਖ ਕਿਹਨੂੰ ਪ੍ਰਾਪਤ ਹੁੰਦੇ ਨੇ? ਸਾਹਿਬ ਕਹਿੰਦੇ, ਮੈਂ ਤਾਂ ਰੋਜ਼ ਜਪਜੀ ਸਾਹਿਬ ਦੇ ਪਾਠ ਵਿੱਚ ਆਵਾਜ਼ ਮਾਰ ਕਰ ਕਹਿੰਦਾ ਹਾਂ, ਗਾਵੀਐ ਸੁਣੀਐ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਓ। ਦੁੱਖਾਂ ਨੂੰ ਤੇਰੇ ਦੂਰ ਕਰ ਦਾਂਗੇ, ਸੁੱਖ ਤੈਨੂੰ ਘਰਾਂ 'ਚ ਲੈ ਕਰ ਤੈਨੂੰ ਭੇਜਾਂਗੇ, ਸੁੱਖ ਤੇਰੀ ਝੋਲੀ 'ਚ ਪਾਵਾਂਗੇ। ਸਿੱਖਾ ਨਿਤਨੇਮ ਕਰ, ਬਾਣੀ ਪੜ੍ਹ, ਪਰਮਾਤਮਾ ਨਾਲ ਜੁੜਨ ਦਾ ਯਤਨ ਕਰ, ਸੇਵਾ ਕਰ ਤੇ ਸਿਮਰਨ ਕਰ। ਇਹੀ ਮਾਲਕ ਵਾਹਿਗੁਰੂ ਦੇ ਘਰ ਦਾ ਰਾਸਤਾ ਹੈ। ਆਪ ਆਪਣੇ ਜੀਵਨ ਨੂੰ ਬਦਲ ਕਰ ਪਰਮਾਤਮਾ ਦੇ ਜੀਵਨ ਵਿੱਚ ਜੁੜਨ ਦਾ ਯਤਨ ਕਰੋ। ਸੰਸਾਰ ਵਿੱਚ ਆਏ ਹਾਂ, ਦੂਜਾ ਜਨਮ ਜੋ ਸਾਨੂੰ ਮਿਲਣਾ ਹੈ, ਮਾਲਕ ਵਾਹਿਗੁਰੂ ਜੀ ਨੇ ਸਾਡੇ ਕਰਮ ਕਰਕੇ ਸਾਨੂੰ ਜਨਮ ਦੇਣਾ ਹੈ। ਅੱਜ ਇਸ ਦੁਨੀਆ ਵਿੱਚ ਤੁਸੀਂ ਜਵਾਬ ਨਹੀਂ ਦੇ ਸਕਦੇ, ਪਰ ਉਸ ਦਰਗਾਹ ਵਿੱਚ ਤੁਹਾਨੂੰ ਜਵਾਬ ਸਾਰਿਆਂ ਨੂੰ ਦੇਣਾ ਪੈਣਾ ਹੈ। ਇਸ ਕਰਕੇ ਯਤਨ ਕਰੋ, ਪਰਮਾਤਮਾ ਦੇ ਘਰ ਨਾਲ ਜੁੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।